ਨੀਲਮ ਸ਼ਰਮਾ ਦਿਲਰੋਜ਼ ਦੇ ਗਵਾਂਢ ਦੇ ਵਿੱਚ ਸ਼ਿਮਲਾਪੁਰੀ ਦੇ ਵਿੱਚ ਰਹਿੰਦੀ ਇਹ ਔਰਤ ਹੈ ਜਿਸਨੇ ਕਿ ਸਾਰੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ। ਉਹ ਔਰਤ ਹੈ ਜਿਸਨੇ ਸਾਰੇ ਰਿਸ਼ਤਿਆਂ ਨੂੰ ਬਦਨਾਮ ਕਰ ਦਿੱਤਾ। ਉਹ ਔਰਤ ਜਿਸਨੇ ਪਹਿਲਾਂ ਘਰ ਪਰਿਵਾਰ ਦੇ ਨਾਲ ਪਿਆਰ ਪਾਇਆ ਅਤੇ ਉਸ ਤੋਂ ਬਾਅਦ ਮੌਕਾ ਦੇਖ ਕੇ ਉਹਨਾਂ ਦੀ ਬੱਚੀ ਨੂੰ ਖਤਮ ਕਰ ਦਿੱਤਾ। ਆਖਿਰਕਾਰ ਕਿਹੋ ਜਿਹੀ ਸੋਚ ਰੱਖਦੀ ਸੀ ਇਹ? ਇਸ ਦਾ ਵਿਵਹਾਰ, ਪਰਿਵਾਰ, ਚਰਿੱਤਰ, ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉ ਰਹੀ ਸੀ ਇਹ? ਇਸ ਮਾਮਲੇ ਦੇ ਵਿੱਚ ਕਈ ਹੋਰ ਜ਼ਿਆਦਾ ਵੱਡੇ ਖੁਲਾਸੇ ਹੋ ਰਹੇ ਨੇ। ਇੱਕ ਨਹੀਂ ਸਗੋਂ 3 ਵੀਡੀਓਜ਼ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ, ਜਿਸ ਦੇ ਵਿੱਚ ਇਹ ਸਕੂਟਰੀ ਤੇ ਜਾਂਦੀ ਹੋਈ ਦਿਖਦੀ ਹੈ। ਪੁਲਿਸ ਵਾਲਿਆਂ ਦੇ ਸਾਹਮਣੇ ਵੀ ਬੱਚੀ ਦਾ ਕਤਲ ਕਰਨ ਤੋਂ ਬਾਅਦ ਲੋਕਾਂ ਦੇ ਨਾਲ ਬਹਿਸ ਕਰਦੀ ਦਿਖਦੀ ਹੈ ਤੇ ਅਦਾਲਤ ਦੇ ਬਾਹਰ ਵੀ ਇੰਜ ਤੁਰਦੀ ਨਜ਼ਰ ਆਉਂਦੀ ਹੈ ਜਿਵੇਂ ਆਪਣੇ ਆਪ ਤੇ ਬਹੁਤ ਘਮੰਡ ਕਰ ਰਹੀ ਹੋਵੇ। ਨਾ ਤਾਂ ਇਸ ਦੇ ਸ਼ਬਦਾਂ ਦੇ ਵਿੱਚ ਕੋਈ ਹਲੀਮੀ ਆਈ ਹੈ ਤੇ ਨਾ ਹੀ ਇਸ ਦੀ ਚਾਲ ਦੇ ਵਿੱਚ ਕੋਈ ਨਾਜ਼ੁਕਤਾ ਦਿਖੀ ਹੈ। ਬੜੀ ਹੀ ਚਲਾਕੀ ਅਤੇ ਫੁਰਤੀ ਦੇ ਨਾਲ ਤੁਰਦੀ ਫਿਰਦੀ ਅਤੇ ਰੋਬ ਦੇ ਨਾਲ ਕੈਮਰੇ ਵਾਲਿਆਂ ਦੇ ਵੱਲ ਦੇਖਦੀ ਵੀ ਨਜ਼ਰ ਆਉਂਦੀ ਹੈ। ਮੂੰਹ ਤੇ ਮਾਸਕ ਲਾ ਕੇ ਆਪਣਾ ਚਿਹਰਾ ਢੱਕਣ ਦੀ ਕੋਸ਼ਿਸ਼ ਕਰਦੀ ਹੈ। ਪਰ ਉਹ ਵੀਡੀਓ ਦਾ ਕੀ ਜਿਸ ਦੇ ਵਿੱਚ ਪੁਲਿਸ ਵਾਲੇ ਦੇ ਸਾਹਮਣੇ ਬੈਠ ਕੇ ਇਹ ਸਾਹਮਣੇ ਆਏ ਇੱਕ ਦੂਸਰੇ ਵਿਅਕਤੀ ਦੇ ਨਾਲ ਤਾਬੜਤੋੜ ਗੱਲਾਂ ਕਰ ਰਹੀ ਸੀ। ਜਿਸ ਤਰ੍ਹਾਂ ਦੇ ਨਾਲ ਇਸ ਨੂੰ ਸਵਾਲ ਪੁੱਛੇ ਜਾ ਰਹੇ ਸਨ, ਇਸਨੇ ਜਵਾਬ ਵੀ ਦਿੱਤੇ। ਦੱਸਦੇ ਹਾਂ ਤੁਹਾਨੂੰ ਕਿ ਆਖਿਰਕਾਰ ਦਿਲਰੋਜ਼ ਦੇ ਨਾਲ ਇਸ ਦੀ ਕੀ ਦੁਸ਼ਮਣੀ ਪੈ ਗਈ ਸੀ, ਕਿਉਂ ਇਸਨੇ ਉਸ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ। ਇਸ ਮਾਮਲੇ ਦੇ ਵਿੱਚ ਇਸ ਦੇ ਪਰਿਵਾਰਿਕ ਮੈਂਬਰ ਯਾਨੀ ਕਿ ਪਹਿਲਾਂ ਇਹਨਾਂ ਦੇ ਘਰ ਦੇ ਵਿੱਚ ਰਹਿਣ ਵਾਲੀ ਭਾਬੀ ਦੇ ਨਾਲ ਗੱਲਬਾਤ ਕੀਤੀ ਗਈ, ਜਿਸ ਅਨੁਸਾਰ ਉਹਨਾਂ ਦੇ ਵੱਲੋਂ ਸਭ ਕੁਝ ਦੱਸਿਆ ਗਿਆ, ਉਹ ਵੀ ਤੁਹਾਡੇ ਸਾਹਮਣੇ ਬਿਆਨ ਕਰਾਂਗੇ। ਉਸ ਤੋਂ ਇਲਾਵਾ ਇਹ ਵੀ ਦੱਸਾਂਗੇ ਕਿ ਕਿਵੇਂ ਇਹ ਦਿਲਰੋਜ਼ ਦੇ ਪਰਿਵਾਰਿਕ ਮੈਂਬਰਾਂ ਦੇ ਕੋਲ 15 ਦਿਨ ਪਹਿਲਾਂ ਲਗਾਤਾਰ ਜਾਣ ਲੱਗ ਗਈ ਸੀ। ਇੰਨਾ ਹੀ ਨਹੀਂ, ਦਿਲਰੋਜ਼ ਨੂੰ ਆਪਣੇ ਨਾਲ ਹਰ ਰੋਜ਼ ਲੈ ਕੇ ਜਾਂਦੀ ਸੀ। ਇਹੀ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਘਰਦਿਆਂ ਨੂੰ ਬਿਲਕੁਲ ਵੀ ਸ਼ੱਕ ਨਹੀਂ ਹੋਇਆ ਕਿ ਉਹ ਇਸ ਦੇ ਨਾਲ ਗਈ ਹੈ ਜਾਂ ਫਿਰ ਨਹੀਂ। ਹੁਣ ਜਦੋਂ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਇਸ ਪਾਪਣ ਗਵਾਂਢਣ ਦਾ ਇਹ ਕਹਿਣਾ ਹੈ ਕਿ ਮੈਂ ਗੁੱਸੇ ਦੇ ਵਿੱਚ ਆ ਕੇ ਕਦਮ ਚੁੱਕ ਦਿੱਤਾ। ਜਦੋਂ ਕਿ ਤੁਸੀਂ ਇਹ ਪੂਰੀ ਸਾਰੀ ਖਬਰ ਸੁਣੋਗੇ ਉਸ ਤੋਂ ਬਾਅਦ ਤੁਸੀਂ ਅੰਤ ਦੇ ਵਿੱਚ ਜਾ ਕੇ ਖੁਦ ਫੈਸਲਾ ਕਰ ਸਕਦੇ ਹੋ ਕਿ ਇਹ ਪ੍ਰੀ ਪਲਾਨਡ ਸੀ, ਪਿਛਲੇ 15 ਦਿਨਾਂ ਤੋਂ ਸੋਚੀ ਸਮਝੀ ਰਚੀ ਗਈ ਸਾਜ਼ਿਸ਼ ਸੀ ਜਾਂ ਫਿਰ ਗੁੱਸੇ ਦੇ ਵਿੱਚ ਆ ਕੇ ਕੀਤਾ ਗਿਆ। ਜਿਵੇਂ ਕਿ ਦਿਲਰੋਜ਼ ਦੇ ਦਾਦਾ ਜੀ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਜੇਕਰ ਇੱਕਦਮ ਗੁੱਸਾ ਹੀ ਆਇਆ ਸੀ ਤਾਂ ਆਪਣੇ ਬੱਚਿਆਂ ਤੇ ਕਿਉਂ ਨਹੀਂ ਉਤਾਰਿਆ, ਕਿਉਂ ਉਸਨੇ ਅੰਦਰ ਜਾ ਕੇ ਆਪਣੇ ਮਾਪਿਆਂ ਨੂੰ ਨਹੀਂ ਕੁੱਟ ਲਿਆ, ਕਿਉਂਕਿ ਉਹ ਅਕਸਰ ਅਜਿਹਾ ਕਰਦੀ ਹੁੰਦੀ ਸੀ। ਜੀ ਹਾਂ, ਇਹ ਗੱਲ ਬਿਲਕੁਲ ਸੱਚ ਹੈ ਕਿ ਨੀਲਮ ਆਪਣੇ ਮਾਪਿਆਂ ਤੱਕ ਨੂੰ ਅੰਦਰ ਵੜ ਕੇ ਕੁੱਟਦੀ ਹੁੰਦੀ ਸੀ, ਦਰਵਾਜ਼ੇ ਲਗਾ ਕੇ ਆਪਣੇ ਮਾਪਿਆਂ ਨੂੰ ਕੁੱਟਦੀ ਸੀ, ਆਪਣੇ ਬੱਚਿਆਂ ਨੂੰ ਨੋਚਦੀ ਸੀ, ਉਹਨਾਂ ਦੇ ਸਿਰ ਕੰਧਾਂ ਅਤੇ ਦੀਵਾਰਾਂ ਦੇ ਵਿੱਚ ਜਾ ਮਾਰਦੀ ਸੀ। ਇਹ ਸਾਰੀਆਂ ਵੱਡੀਆਂ ਗੱਲਾਂ ਦਾ ਖੁਲਾਸਾ ਇਸ ਦੀ ਭਾਬੀ ਦੇ ਵੱਲੋਂ ਖੁਦ ਕੀਤਾ ਗਿਆ ਔਰ ਇਹਨਾਂ ਗੱਲਾਂ ਨੂੰ ਸੁਣਨ ਤੋਂ ਬਾਅਦ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਹੋ ਜਿਹੀ ਤਬੀਅਤ ਅਤੇ ਵਿਵਹਾਰ ਦੀ ਇਹ ਔਰਤ ਸੀ। ਤਾਂ ਅੱਜ ਇੱਕ ਝਾਤ ਮਾਰਦਿਆਂ ਇਸ ਦੇ ਵੱਲੋਂ ਕੀਤੀਆਂ ਗਈਆਂ ਉਹ ਘਟੀਆ ਹਰਕਤਾਂ ਤੇ ਜਿਸ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਤੁਹਾਨੂੰ ਵੀ ਗੁੱਸਾ ਆ ਜਾਣਾ। ਕਿਵੇਂ ਇਹ ਆਪਣੇ ਬੱਚਿਆਂ ਦੇ ਨਾਲ, ਲੋਕਾਂ ਦੇ ਨਾਲ, ਘਰ ਪਰਿਵਾਰਿਕ ਮੈਂਬਰਾਂ ਦੇ ਨਾਲ ਵਿਵਹਾਰ ਕਰਦੀ ਸੀ, ਜਦੋਂ ਤੁਸੀਂ ਉਹ ਸੁਣੋਗੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ। ਇਸੇ ਕਰਕੇ ਇਸਨੇ ਜਦੋਂ ਦਿਲਰੋਜ਼ ਨੂੰ ਮਾਰਿਆ ਹੋਣਾ ਹੈ, ਇਸ ਦੇ ਅੰਦਰ ਕੋਈ ਮਮਤਾ ਨਹੀਂ ਜਾਗੀ, ਇਸ ਨੂੰ ਕਿਸੇ ਗੱਲ ਦਾ ਦੁੱਖ ਨਹੀਂ ਹੋਇਆ, ਕੋਈ ਤਕਲੀਫ ਨਹੀਂ ਹੋਈ ਉਸ ਬੱਚੀ ਦੀਆਂ ਚੀਕਾਂ ਸੁਣ ਕੇ। ਉਂਗਲਾਂ ਦੇ ਨਾਲ ਉਸ ਦੇ ਮੂੰਹ ਦੇ ਅੰਦਰ ਭਰ ਕੇ ਰੇਤਾ ਪਾਇਆ ਗਿਆ, ਮੁੱਦੇ ਮੂੰਹ ਕਰਕੇ ਉਹਨੂੰ ਮਾਰਿਆ ਗਿਆ, ਸਿਰ ਦੇ ਵਿੱਚ ਇੱਟਾਂ ਮਾਰੀਆਂ ਗਈਆਂ। ਇਹ ਸਾਰੀਆਂ ਗੱਲਾਂ ਦਾ ਖੁਲਾਸਾ ਪਰਿਵਾਰਿਕ ਮੈਂਬਰਾਂ ਸਮੇਤ ਉਹਨਾਂ ਲੋਕਾਂ ਦੇ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਕਿ ਦਿਲਰੋਜ਼ ਨੂੰ ਆਖਰੀ ਸਮੇਂ ਦੇ ਵਿੱਚ ਦੇਖਿਆ ਸੀ ਅਤੇ ਇਸ ਔਰਤ ਦਾ ਮਹਿਜ਼ ਇਹ ਕਹਿਣਾ ਹੈ ਕਿ ਮੈਨੂੰ ਗੁੱਸਾ ਆ ਗਿਆ ਸੀ। ਇਸ ਸਾਰੇ ਹਰ ਇੱਕ ਕੰਮ ਦੇ ਲਈ ਆਖਿਰਕਾਰ ਸਭ ਤੋਂ ਪਹਿਲਾਂ ਕੌਣ ਜ਼ਿੰਮੇਵਾਰ ਹੈ? ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ? ਕੀ ਪਰਿਵਾਰ ਨੂੰ ਨਹੀਂ ਚਾਹੀਦਾ ਸੀ ਕਿ ਜੇਕਰ ਇਸ ਨੂੰ ਇਸ ਤਰ੍ਹਾਂ ਗੁੱਸਾ ਆਉਂਦਾ ਤਾਂ ਇਹਨਾਂ ਨੂੰ ਅੰਦਰ ਬੰਨ੍ਹ ਕੇ ਰੱਖਦੀ? ਕਿ ਇਸ ਦੇ ਬਾਵਜੂਦ ਵੀ ਜਦੋਂ ਪੁਲਿਸ ਸਟੇਸ਼ਨ ਦੇ ਵਿੱਚ ਇਸ ਦੇ ਖਿਲਾਫ ਕੰਪਲੇਂਟ ਹੋਈ ਸੀ, ਜਦੋਂ ਇਹ ਅੱਜ ਤੋਂ ਕੁਝ ਸਮਾਂ ਪਹਿਲਾਂ ਆਪਣੀ ਭਾਬੀ ਦੀ ਕੁੜੀ ਯਾਨੀ ਕਿ ਆਪਣੀ ਸਗੀ ਭਤੀਜੀ ਨਿਹਾਰਿਕਾ ਨੂੰ ਕਿਡਨੈਪ ਕਰਨ ਗਈ ਸੀ, ਜਿਸ ਸਮੇਂ ਇਹ ਨਿਹਾਰਿਕਾ ਨੂੰ ਚੱਕਣ ਗਈ ਸੀ ਤਾਂ ਇਸ ਦੀ ਭਾਬੀ ਦੇ ਵੱਲੋਂ ਦੱਸਿਆ ਗਿਆ ਕਿ ਮੈਨੂੰ ਬਿਲਕੁਲ ਪਤਾ ਸੀ ਕਿ ਇਹ ਮੇਰੀ ਬੱਚੀ ਦੇ ਨਾਲ ਕੁਝ ਵੀ ਕਰ ਸਕਦੀ ਹੈ। ਇਸੇ ਕਰਕੇ ਉਹਨਾਂ ਨੇ 112 ਤੇ ਫੋਨ ਕਰਕੇ ਇਤਲਾਹ ਕੀਤੀ ਅਤੇ ਉਹਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੀ ਬੱਚੀ ਦੇ ਨਾਲ 24 ਘੰਟੇ ਰਹਿਣ, ਭਾਵੇਂ ਉਹ ਸਕੂਲ ਜਾਵੇ ਜਾਂ ਫਿਰ ਸਕੂਲ ਤੋਂ ਘਰ ਆਵੇ। ਹਰ ਸਮੇਂ ਹੀ ਕਿਹਾ ਗਿਆ ਕਿ ਤੁਸੀਂ ਆਪਣੀ ਬੱਚੀ ਦਾ ਧਿਆਨ ਰੱਖੋ, ਕਿਉਂਕਿ ਜਿਸ ਤਰ੍ਹਾਂ ਦੀ ਸੋਚ ਸਮਝ ਇਹ ਔਰਤ ਨੀਲਮ ਸ਼ਰਮਾ ਰੱਖਦੀ ਸੀ ਤਾਂ ਉਹ ਕੁਝ ਵੀ ਕਰ ਸਕਦੀ ਸੀ। ਨਾ ਸਿਰਫ ਇਹ ਸਗੋਂ ਇਸ ਦੇ ਪੂਰੇ ਪਰਿਵਾਰ ਤੇ ਹੀ ਨਾ ਮਾਰਿਆ। ਖਬਰਾਂ ਇਹ ਵੀ ਸਾਹਮਣੇ ਆਈਆਂ ਕਿ ਇਹ ਔਰਤ ਨੀਲਮ ਨਸ਼ਾ ਤੱਕ ਕਰਦੀ ਸੀ। ਇਸ ਦਾ ਭਰਾ ਇੱਕ ਨਸ਼ੇੜੀ ਹੈ, ਜਿਸ ਕਰਕੇ ਉਸ ਦਾ ਤਲਾਕ ਹੋ ਜਾਂਦਾ ਹੈ।
ਦੱਸ ਦਿੰਦੇ ਹਾਂ ਤੁਹਾਨੂੰ ਕਿ ਇਹ ਸੋਚ ਵਿਚਾਰ ਵਿਵਹਾਰ ਅਤੇ ਚਲਾਕੀ ਕਿੱਥੋਂ ਆਈ ਹੈ। ਕਿਉਂਕਿ ਜਦੋਂ ਇਸ ਦੀ ਭਾਬੀ ਘਰ ਦੇ ਵਿੱਚ ਵਿਆਹ ਕੇ ਆਉਂਦੀ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਘਰ ਦੇ ਵਿੱਚ ਬੇਟੀ ਹੋਈ ਤਾਂ ਤੈਨੂੰ ਬਾਹਰ ਕੱਢ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਬਕਾਇਦਾ ਉਹਨਾਂ ਦੀ ਪ੍ਰੈਗਨੈਂਸੀ ਤੋਂ ਬਾਅਦ ਟੈਸਟ ਕਰਵਾਇਆ ਗਿਆ ਪਤਾ ਲਗਵਾਉਣ ਦੇ ਲਈ ਕਿ ਜਨਮ ਕੁੜੀ ਦਾ ਹੋਣ ਵਾਲਾ ਹੈ ਜਾਂ ਫਿਰ ਮੁੰਡੇ ਦਾ। ਕੁੜੀਆਂ ਦੇ ਨਾਲ ਆਖਿਰਕਾਰ ਇੰਨੀ ਨਫ਼ਰਤ ਕਿਉਂ? ਭਾਬੀ ਨੂੰ ਘਰ ਤੋਂ ਕੱਢ ਦਿੱਤਾ ਗਿਆ, ਆਪਣੀ ਭਤੀਜੀ ਨੂੰ ਘਰ ਤੋਂ ਕੱਢ ਦਿੱਤਾ ਗਿਆ, ਆਪਣੀ ਭਾਬੀ ਦੀ ਭੈਣ ਤੱਕ ਦੇ ਨਾਲ ਮਾਰਕੁੱਟ ਕੀਤੀ ਗਈ ਸੀ। ਗਵਾਂਢੀਆਂ ਦੇ ਹੀ ਨਹੀਂ ਸਗੋਂ ਇਹ ਆਪਣੇ ਬੱਚਿਆਂ ਨੂੰ ਵੀ ਨੋਚਦੀ ਸੀ, ਉਹਨਾਂ ਦੇ ਸਿਰ ਕੰਧਾਂ ਦੇ ਵਿੱਚ ਦੇ ਮਾਰਦੀ ਸੀ। ਪੂਰਾ ਪਰਿਵਾਰ ਇਹੋ ਜਿਹਾ ਹੀ ਹੈ। ਇਹ ਸਾਰਾ ਕੁਝ ਇਸ ਦੀ ਭਾਬੀ ਦੇ ਵੱਲੋਂ ਹੀ ਬਿਆਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਮੈਂ ਇਲਾਜ ਕਰਕੇ ਬਚੀ ਹਾਂ ਕਿਉਂਕਿ ਇਹਨਾਂ ਨੇ ਮੈਨੂੰ ਮਾਰਨ ਦੇ ਵਿੱਚ, ਜ਼ਹਿਰ ਖਵਾ ਕੇ ਘਰ ਤੋਂ ਕੱਢਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸੀ। 6 ਮਹੀਨੇ ਪਹਿਲਾਂ ਉਹ ਆਪਣੀ ਸਗੀ ਭਤੀਜੀ ਯਾਨੀ ਕਿ ਨਿਹਾਰਿਕਾ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਅਗਵਾ ਕਰਕੇ ਮਾਰਨ ਦੀ ਸਾਜ਼ਿਸ਼ ਰਚ ਕੇ ਉਹਨਾਂ ਦੇ ਮਹੱਲੇ ਪਹੁੰਚ ਗਈ ਸੀ। ਉਸ ਕੁੜੀ ਨੇ, ਨਿਹਾਰਿਕਾ ਨੇ, ਛੋਟੀ ਜਿਹੀ 6 ਸਾਲ ਦੀ ਬੱਚੀ ਨੇ ਦੇਖਿਆ ਕਿ ਇਹ ਭੂਆ ਉਹਨਾਂ ਦੀ ਗਲੀ ਦੇ ਵਿੱਚ ਘੁੰਮ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਤਾਂ ਦਿਲਰੋਜ਼ ਦੇ ਘਰਦਿਆਂ ਦੇ ਨਾਲ ਜਦੋਂ ਇੰਨਾ ਪਿਆਰ ਸੀ ਤਾਂ ਅਚਾਨਕ ਹੋਇਆ ਕੀ? ਇਹ ਸਵਾਲ ਸਭ ਤੋਂ ਵੱਧ ਇਸ ਸਮੇਂ ਦਿਲਰੋਜ਼ ਦੇ ਪਰਿਵਾਰਿਕ ਮੈਂਬਰਾਂ ਦੇ ਦਿਲੋਂ ਦਿਮਾਗ ਦੇ ਵਿੱਚ ਉਮੜ ਰਿਹਾ ਹੈ। ਦਿਲਰੋਜ਼ ਦੇ ਦਾਦਾ ਜੀ ਦਾ ਤਾਂ ਬਾਰ-ਬਾਰ ਇਹ ਵੀ ਕਹਿਣਾ ਹੈ ਕਿ ਮੇਰੀ ਇੱਕ ਮੁਲਾਕਾਤ ਨੀਲਮ ਦੇ ਨਾਲ ਕਰਵਾ ਦਿਵੋ ਤਾਂ ਕਿ ਮੈਂ ਉਸ ਨੂੰ ਪੁੱਛ ਸਕਾਂ ਕਿ ਮੈਂ ਗਲਤੀ ਕਿੱਥੇ ਕੀਤੀ ਸੀ, ਕਿਉਂ ਮਾਰਿਆ ਤੂੰ ਉਸ ਨੂੰ। ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਇਹ ਜਿਹੀਆਂ 5 ਖਾਸ ਤੌਰ 'ਤੇ ਗੱਲਾਂ ਕਹੀਆਂ ਗਈਆਂ। ਉਹਨਾਂ ਨੇ ਪੁੱਛਿਆ ਕਿ ਸਾਡੇ ਪਰਿਵਾਰ ਤੋਂ ਗਲਤੀ ਕੀ ਹੋਈ ਸੀ, ਕਿਉਂਕਿ ਉਹ ਗਵਾਂਢੀ ਜਿਹੜੇ ਕਹਿੰਦੇ ਸੀ ਕਿ ਤੁਹਾਡੇ ਵਰਗਾ ਕੋਈ ਬੰਦਾ ਨਹੀਂ, ਉਹਨਾਂ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਜਿਸ ਕਰਕੇ ਉਹ ਸੋਚ ਕੇ ਪਰੇਸ਼ਾਨ ਨੇ। ਜਾਂਦੀ ਹੋਈ ਉਹ ਬੱਚੇ ਨੂੰ ਕੀ ਕਹਿ ਕੇ ਲੈ ਕੇ ਗਈ ਸੀ, ਇਹ ਵੀ ਉਹ ਜਾਣਨਾ ਚਾਹੁੰਦੇ ਨੇ। ਇਸ ਤੋਂ ਇਲਾਵਾ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਗਵਾਂਢਣ ਨੂੰ ਵੱਧ ਤੋਂ ਵੱਧ ਅਤੇ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਇੰਨਾ ਹੀ ਨਹੀਂ, ਸਗੋਂ ਚੌਂਕ ਦੇ ਵਿੱਚ ਖੜਾ ਕੇ ਸਜ਼ਾ ਮਿਲਣੀ ਚਾਹੀਦੀ ਹੈ, ਬਕਾਇਦਾ ਅਨਾਉਂਸਮੈਂਟ ਕਰਵਾ ਕੇ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਅਜਿਹੇ ਲੋਕਾਂ ਦਾ ਹਸ਼ਰ ਕੀ ਹੁੰਦਾ ਹੈ। ਪਰਿਵਾਰਿਕ ਮੈਂਬਰਾਂ ਦਾ ਹਰ ਇੱਕ ਰਿਸ਼ਤੇ ਤੋਂ, ਹਰ ਇੱਕ ਇਨਸਾਨ ਤੋਂ ਵਿਸ਼ਵਾਸ ਟੁੱਟ ਚੁੱਕਿਆ ਹੈ। ਉਹ ਰੱਬ ਦੇ ਅੱਗੇ ਹੀ ਅਰਦਾਸ ਕਰਦੇ ਨਜ਼ਰ ਆਉਂਦੇ ਨੇ ਕਿ ਅਜਿਹਾ ਦਿਨ ਕਿਸੇ ਨੂੰ ਵੀ ਨਾ ਦੇਖਣਾ ਪਵੇ। ਦੱਸ ਦਿੰਦੇ ਹਾਂ ਤੁਹਾਨੂੰ ਕਿ ਪਿਛਲੇ 15 ਦਿਨ ਤੋਂ ਇਹ ਦਿਲਰੋਜ਼ ਦੇ ਨਾਲ ਕਾਫੀ ਜ਼ਿਆਦਾ ਪਿਆਰ ਦਿਖਾ ਰਹੀ ਸੀ, ਪਰ 15 ਦਿਨ ਪਹਿਲਾਂ ਇਹ ਉਹਨਾਂ ਦੇ ਘਰ-ਬਾਰ ਉਸ ਤਰੀਕੇ ਦੇ ਨਾਲ ਨਹੀਂ ਜਾ ਰਹੀ ਸੀ ਅਤੇ ਬੱਚੀ ਨੂੰ ਖਾਣ ਲਈ ਚੀਜ਼ ਤੱਕ ਨਹੀਂ ਦੇ ਰਹੀ ਸੀ। ਪਰ 15 ਦਿਨ ਤੋਂ ਲਗਾਤਾਰ ਹਰ ਰੋਜ਼ ਇਹ ਕਰਨ ਦਾ ਮਕਸਦ ਕੀ ਸੀ, ਉਹ ਸਾਫ਼ ਪਤਾ ਲੱਗ ਚੁੱਕਿਆ ਹੈ। ਤਾਂ ਘਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਲਿਜਾ ਕੇ ਇਸਨੇ ਦਿਲਰੋਜ਼ ਨੂੰ ਖਤਮ ਕਰ ਦਿੱਤਾ। ਥਾਪੀਆਂ ਦੇ ਨਾਲ, ਹਰ ਸਮਾਨ ਦੇ ਨਾਲ ਇਹ ਆਪਣੇ ਬੱਚਿਆਂ ਨੂੰ ਵੀ ਕੁੱਟਦੀ ਸੀ। ਇਹ ਤਬਾਹ ਕਰਨਾ ਚਾਹੁੰਦੀ ਸੀ ਦਿਲਰੋਜ਼ ਦੇ ਸਾਰੇ ਪਰਿਵਾਰ ਨੂੰ। ਇਸੇ ਕਰਕੇ ਜਾਣ ਤੋਂ ਪਹਿਲਾਂ ਇਸਨੇ ਨਾ ਸਿਰਫ ਦਿਲਰੋਜ਼ ਨੂੰ ਸਗੋਂ ਉਸਦੇ ਭਰਾ ਨੂੰ ਵੀ ਆਵਾਜ਼ ਮਾਰੀ ਸੀ। ਕਿਹਾ ਸੀ ਕਿ ਮੈਂ ਤੈਨੂੰ ਵੀ ਚੀਜ਼ ਦਵਾ ਕੇ ਲਿਆਉਣੀ ਆ। ਸਕੂਟੀ ਤੇ ਆ ਕੇ ਬੈਠਣ ਨੂੰ ਕਿਹਾ ਸੀ। ਚੰਗੇ ਭਾਗ ਸੀ ਉਸ ਬੱਚੇ ਦੇ ਕਿ ਉਸਨੇ ਉਸ ਸਮੇਂ ਮਨਾ ਕਰ ਦਿੱਤਾ ਅਤੇ ਇਸ ਪਾਪਣ ਗਵਾਂਢਣ ਦੇ ਨਾਲ ਨਹੀਂ ਗਿਆ। ਦੋਵੇਂ ਬੱਚਿਆਂ ਨੂੰ ਮਾਰ ਕੇ ਇਹ ਪਰਿਵਾਰ ਨੂੰ ਬੁਰੀ ਤਰ੍ਹਾਂ ਦੇ ਨਾਲ ਖਤਮ ਕਰ ਦੇਣਾ ਚਾਹੁੰਦੀ ਸੀ। ਪਰ ਇਸੇ ਦੇ ਹੀ ਮੁੰਡੇ ਨੇ, ਖੁਦ ਦੇ ਮੁੰਡੇ ਨੇ ਤੇ ਗਲੀ ਦੇ ਹੋਰ ਬੱਚਿਆਂ ਨੇ ਦੱਸਿਆ ਕਿ ਨੀਲਮ ਹੀ ਹੈ ਜਿਹੜੀ ਕਿ ਦਿਲਰੋਜ਼ ਨੂੰ ਲੈ ਕੇ ਗਈ ਹੈ। ਲਿਜਾਣ ਤੋਂ ਬਾਅਦ ਇਹ ਸਾਫ਼ ਤੌਰ ਤੇ ਮੁਕਰ ਗਈ। ਇੰਨਾ ਹੀ ਨਹੀਂ, ਅੱਧੇ ਘੰਟੇ ਬਾਅਦ ਇਹ ਦਿਲਰੋਜ਼ ਦੇ ਘਰ ਪਹੁੰਚੀ ਅਤੇ ਡਰਾਮੇ ਕਰਨ ਲੱਗੀ ਕਿ ਦਿਲਰੋਜ਼ ਮਿਲੀ ਨਹੀਂ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕੁੜੀ ਗਲਤ ਸੀ, ਜਿਸ ਕਰਕੇ ਅਸੀਂ ਇਸ ਨੂੰ ਬਾਰ-ਬਾਰ ਰੋਕਦੇ ਸੀ, ਟੋਕਦੇ ਸੀ ਅਤੇ ਅੰਦਰ ਵੜ ਕੇ ਕਈ ਵਾਰੀ ਮਾਪਿਆਂ ਨੂੰ ਵੀ ਸਮਝਾਇਆ ਸੀ। ਪਰ ਇਸ ਔਰਤ ਦੇ ਵੱਲੋਂ ਆਪਣੀ ਗਲਤੀ ਨੂੰ ਸੁਧਾਰਨ ਦੀ ਬਜਾਏ ਸੁਧਾਰਨ ਵਾਲਿਆਂ ਨੂੰ ਹੀ ਖਤਮ ਕਰ ਦਿੱਤਾ ਗਿਆ। ਖੁਸ਼ੀਆਂ ਲੁੱਟ ਲਈਆਂ ਗਈਆਂ ਉਸ ਪਰਿਵਾਰ ਦੀਆਂ ਜਿਨ੍ਹਾਂ ਨੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਜੇਕਰ CCTV ਦੇ ਵਿੱਚ ਉਹ ਸਾਰੀ ਫੁਟੇਜ ਸਾਹਮਣੇ ਨਾ ਆਉਂਦੀ ਤਾਂ ਇਹਨੇ ਕਦੇ ਵੀ ਨਹੀਂ ਮੰਨਣਾ ਸੀ ਕਿ ਇਸਨੇ ਐਡਾ ਵੱਡਾ ਜੁਰਮ ਕੀਤਾ ਹੈ। CCTV ਦੇ ਸਹਾਰੇ ਇਹ ਫੜੀ ਗਈ ਹੈ। ਗਲਾ ਘੁੱਟ ਕੇ ਮਿੱਟੀ ਦੇ ਵਿੱਚ ਇੱਕ ਨੰਨੀ ਜਿਹੀ ਜਾਨ ਨੂੰ ਦੱਬ ਦਿੱਤਾ ਗਿਆ ਅਤੇ ਸਾਰੇ ਪਰਿਵਾਰ ਦੀਆਂ ਖੁਸ਼ੀਆਂ ਵੀ ਉੱਥੇ ਹੀ ਦਬਾ ਦਿੱਤੀਆਂ ਗਈਆਂ। ਦਿਲਰੋਜ਼ ਦੇ ਦਾਦਾ ਜੀ ਦਾ ਕਹਿਣਾ ਹੈ ਕਿ ਇਸਨੇ ਹੋਰ ਵੀ ਇੱਕ ਬੱਚਿਆਂ ਨਾਲ ਅਜਿਹਾ ਕੀਤਾ ਹੋ ਸਕਦਾ ਹੈ। ਇਸ ਦੀ ਉਮਰ ਭਾਵੇਂ ਮਹਿਜ਼ 30 ਤੋਂ 35 ਸਾਲ ਦੀ ਹੈ, ਪਰ ਇਸ ਦੀ ਸ਼ਾਤਿਰ ਸੋਚ ਅਤੇ ਚਲਾਕੀ ਅਜਿਹੀ ਸੀ ਕਿ ਇਹ ਰੰਜਿਸ਼ ਰੱਖਦੀ ਸੀ, ਬਦਲਾ ਲੈਣਾ ਚਾਹੁੰਦੀ ਸੀ ਹਰ ਇੱਕ ਗੱਲ ਦਾ।
ਅੱਧੇ ਘੰਟੇ ਦੇ ਵਿੱਚ ਹੀ ਇਹ ਬੱਚੀ ਨੂੰ ਖਤਮ ਕਰਕੇ ਵਾਪਸ ਦਿਲਰੋਜ਼ ਦੇ ਘਰ ਆਉਂਦੀ ਹੈ ਅਤੇ ਦਾਦਾ ਜੀ ਦੇ ਨਾਲ ਗੱਲਾਂ ਕਰਦੀ ਦਿਖਾਈ ਦਿੰਦੀ ਹੈ। ਪਰ ਉਸ ਸਮੇਂ ਤੱਕ ਪੁਲਿਸ ਨੂੰ ਸਭ ਕੁਝ ਪਤਾ ਲੱਗ ਚੁੱਕਿਆ ਸੀ ਅਤੇ ਪੁਲਿਸ ਦੇ ਵੱਲੋਂ ਆ ਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਕਿ ਬੱਚੇ ਨੂੰ ਜਲਦ ਤੋਂ ਜਲਦ ਬਰਾਮਦ ਕੀਤਾ ਜਾਵੇ। ਜਿਸ ਔਰਤ ਦੇ ਬੱਚਿਆਂ ਨੂੰ ਨੀਲਮ ਦੇ ਮਾਪਿਆਂ ਨੇ ਪਾਲਿਆ, ਉਸਦੇ ਦਾਦਾ ਦਾਦੀ ਨੇ ਪਾਲਿਆ, ਉਹਨਾਂ ਦੀ ਹੀ ਬੱਚੀ ਇਸਨੇ ਖਤਮ ਕਰ ਦਿੱਤੀ। ਇਸੇ ਕਰਕੇ ਪਰਿਵਾਰ ਰੋਂਦੇ ਕੁਰਲਾਉਂਦੇ ਇਹ ਸਵਾਲ ਪੁੱਛਦਾ ਹੈ ਕਿ ਆਖਿਰਕਾਰ ਸਾਡੀ ਬੱਚੀ ਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਹੈ, ਕਿਹੜੀ ਗਲਤੀ ਹੋ ਗਈ ਸੀ ਸਾਡੇ ਤੋਂ। ਪਿਛਲੇ 15 ਦਿਨਾਂ ਤੋਂ ਹਰ ਰੋਜ਼ ਇਹ ਬੱਚੀ ਨੂੰ ਆਪਣੇ ਨਾਲ ਲਿਜਾ ਰਹੀ ਸੀ, ਜਿਸ ਕਰਕੇ ਇਸ 'ਤੇ ਸ਼ੱਕ ਨਹੀਂ ਹੋਇਆ। ਘਰ-ਬਾਰ ਵੇਚ ਕੇ ਜਦੋਂ ਇਸ ਦਾ ਦਾਅ ਲੱਗਿਆ ਤਾਂ ਇਸਨੇ ਬੱਚੀ ਨੂੰ ਚੁੱਕਿਆ ਅਤੇ ਖਤਮ ਕਰਕੇ ਘਰ ਵਾਪਸ ਆ ਗਈ। ਇਸ ਨੂੰ ਨਹੀਂ ਪਤਾ ਸੀ ਕਿ ਇਸਨੇ ਫੜੀ ਜਾਣਾ। ਹਰ ਗੁਨਾਹਗਾਰ ਗੁਨਾਹ ਕਰਦੇ ਹੋਏ ਇਹੀ ਸੋਚਦਾ ਹੈ ਕਿ ਮੈਂ ਪਲੈਨਿੰਗ ਬੜੀ ਵਧੀਆ ਕੀਤੀ ਹੈ ਤੇ ਮੈਨੂੰ ਕੋਈ ਹੱਥ ਨਹੀਂ ਲਗਾ ਸਕੇਗਾ। ਇਸ ਦੇ ਵੱਲੋਂ ਵੀ ਇਹੀ ਕੀਤਾ ਗਿਆ, ਘਰ-ਬਾਰ ਵੇਚ ਕੇ ਉਸ ਬੱਚੀ ਨੂੰ ਖਤਮ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਘਰ ਆ ਕੇ ਡਰਾਮੇ ਸ਼ੁਰੂ ਕਰ ਦਿੱਤੇ ਗਏ। ਪਰ ਜਿਵੇਂ ਹੀ ਪੁਲਿਸ ਦੇ ਹੱਥ CCTV ਫੁਟੇਜ ਲੱਗੀ ਤਾਂ ਪਰਿਵਾਰ ਸਮੇਤ ਇਸ ਔਰਤ ਨੀਲਮ ਸ਼ਰਮਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਉਸ ਤੋਂ ਬਾਅਦ ਇਸਨੇ ਮੰਨਿਆ ਕਿ ਇਸਨੇ ਬੱਚੀ ਨੂੰ ਖਤਮ ਕਰ ਦਿੱਤਾ ਹੈ ਅਤੇ ਇਹ ਵੀ ਦੱਸਿਆ ਕਿ ਲਾਸ਼ ਕਿੱਥੇ ਹੈ। ਪੁਲਿਸ ਦੇ ਕੋਲੋਂ ਲਾਸ਼ ਮਿਲ ਚੁੱਕੀ ਸੀ ਪੁਲਿਸ ਨੂੰ ਅਤੇ ਉਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਵੀ ਕਰਵਾ ਲਿਆ ਗਿਆ। ਕੁਝ ਲੋਕਾਂ ਦਾ ਕਹਿਣਾ ਹੈ ਕਿ ਦਿਲਰੋਜ਼ ਇਸ ਕਰਕੇ ਇਸ ਦੁਨੀਆ ਦੇ ਵਿੱਚ ਆਈ ਸੀ ਤਾਂ ਕਿ ਉਸ ਪਾਪੜ ਨੂੰ ਉਸਦੇ ਕਰਮਾਂ ਦੀ ਬਣਦੀ ਸਜ਼ਾ ਮਿਲ ਸਕੇ। ਪਰ ਦਿਲਰੋਜ਼ ਦੇ ਮਾਤਾ ਜੀ ਦਾ ਕਹਿਣਾ ਹੈ ਕਿ ਕਾਸ਼ ਮੇਰੀ ਬੱਚੀ ਬਚ ਜਾਂਦੀ। CCTV ਦੇ ਵਿੱਚ ਉਸਦੀ ਫੁਟੇਜ ਤਾਂ ਵੈਸੇ ਵੀ ਆ ਹੀ ਗਈ ਸੀ, ਉਸਨੂੰ ਉਸਦੀ ਬਣਦੀ ਸਜ਼ਾ ਮਿਲ ਹੀ ਜਾਣੀ ਸੀ। ਪਰ ਕਾਸ਼ ਉਹਨਾਂ ਦੀ ਬੱਚੀ ਅੱਜ ਉਹਨਾਂ ਦੇ ਕੋਲ ਹੁੰਦੀ। ਰੱਬ ਨੂੰ ਬਾਰ-ਬਾਰ ਉਹ ਵਾਸਤਾ ਪਾ ਕੇ ਹੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੇਰੀ ਬੱਚੀ ਜੇਕਰ ਅੱਜ ਮੇਰੇ ਕੋਲ ਜਿਉਂਦੀ ਹੁੰਦੀ ਤਾਂ ਮੈਂ ਉਸਦੇ ਸੈਂਡਲ ਨਹੀਂ ਸਗੋਂ ਉਸਨੂੰ ਆਪਣੇ ਗਲ ਦੇ ਨਾਲ ਲਗਾ ਕੇ ਸੌਂਦੀ। ਦਿਲਰੋਜ਼ ਦੇ ਮਾਤਾ ਜੀ ਦਿਲਰੋਜ਼ ਦੇ ਸੈਂਡਲ ਆਪਣੇ ਨਾਲ ਲੈ ਕੇ ਉਮੀਦ ਕਰਦੇ ਹਾਂ ਕਿ ਸਾਰੇ ਮਾਮਲੇ ਦੇ ਵਿੱਚ ਜਲਦ ਹੀ ਇਨਸਾਫ ਮਿਲੇਗਾ। ਅਜਿਹਾ ਕਦੇ ਹੋਰ ਕਿਸੇ ਹੋਰ ਬੱਚੀ ਦੇ ਨਾਲ ਨਾ ਹੋਵੇ, ਇਸ ਕਰਕੇ ਕਾਨੂੰਨ ਅਤੇ ਪ੍ਰਸ਼ਾਸਨ ਜਾਗੇਗਾ। ਸਮਾਜ ਨੂੰ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ ਦੇ ਲਈ ਜੇਕਰ ਜ਼ਰੂਰਤ ਹੋਈ ਤਾਂ ਹੋਰ ਵੀ ਜ਼ਿਆਦਾ ਸਖਤ ਕਾਨੂੰਨ ਵੀ ਬਣਾ ਦਿੱਤੇ ਜਾਣਗੇ। ਪਰ ਉਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਲੋਕ ਆਪਣੀ ਬਿਮਾਰ ਮਾਨਸਿਕਤਾ ਨੂੰ ਠੀਕ ਕਰਨ, ਕਿਉਂਕਿ ਅਜਿਹੀਆਂ ਹਰਕਤਾਂ ਦੇ ਨਾਲ ਲੋਕਾਂ ਦਾ ਵਿਸ਼ਵਾਸ ਟੁੱਟਦਾ ਹੈ ਅਤੇ ਇਸ ਦੇ ਨਾਲ-ਨਾਲ ਜਿਉਣ ਅਤੇ ਦੂਸਰਿਆਂ ਦੇ ਲਈ ਜਿਉਣ ਦੀ ਆਸ ਵੀ ਖਤਮ ਹੁੰਦੀ ਹੈ। ਦੁਸ਼ਮਣੀ ਵੀ ਕੋਈ ਨਹੀਂ, ਤੁਸੀਂ ਮੱਲੇ ਜਿਆਦੀ ਪੁੱਛ ਲਓ, ਇੰਨੇ ਸਾਲ ਦੇ ਰਹਿੰਦੇ ਨਹੀਂ ਦੁਸ਼ਮਣੀ ਨਹੀਂ ਤੇ ਤੁਸੀਂ ਬੱਚਾ ਮਾਰਨ ਲਈ ਇਦਾਂ ਛੱਡ ਗਏ। ਨਹੀਂ ਕੁੜੀਏ ਇੱਕ ਮਿੰਟ ਗੱਲ ਸੁਣੋ ਕਾਲ ਨਹੀਂ ਇੱਕ ਮਿੰਟ ਗੱਲ ਤੁਸੀਂ ਕਾਲ ਕੀਤੀ ਸੀ ਉਹ ਨਹੀਂ ਉਹ ਬੰਦੇ ਨੇ ਉਹ ਜਿਹਨੂੰ ਕਿਹੜੀ ਜਗ੍ਹਾ ਬੋਲੋ ਨਾ ਜਿਨ੍ਹਾਂ ਦੀ ਕੁੜੀ ਆ ਤੁਸੀਂ ਉਹਨਾਂ ਨੂੰ ਹੀ ਪੁੱਛ ਲਿਓ। ਨਹੀਂ ਤੁਸੀਂ ਤੂੰ ਤਾਂ ਕਰਕੇ ਕੁੜੀਏ ਦੱਸ ਨਾ ਸਰ ਮਾੜਾ ਜਿਹਾ ਜਗ੍ਹਾ ਤੇ ਵਕਤ ਤੋਂ ਰਹਿਣੀ ਕਿੱਥੇ? ਹਾਂ ਸ਼ਿਮਲਾਪੁਰੀ